ਧਰ ਪਰ ਧਰ ਕਰਮਾ ਯੁਗਲ ਚਾਰ ਮਮ ਬੰਦਨਾ। ਧਰ ਕਰ ਧਰ ਪਰਮਾ ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਔਰ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਫਤਿਹ ਦੀ ਸਾਂਝ ਪਾਓ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਅੱਜ। ਜਿਹੜੀ ਗੱਲ ਸਾਹਮਣੇ ਹੋਈ ਉਹ ਦੱਸਣ ਦੀ ਲੋੜ ਨਹੀਂ ਪੈਂਦੀ। ਕਿੰਨਾ ਉਤਸ਼ਾਹ ਹੈ ਸੰਗਤ ਦਾ, ਕਿੰਨੀ ਸੰਗਤ ਬੈਠੀ ਹੋਈ ਹੈ। ਛੋਟੇ ਛੋਟੇ ਬੱਚੇ ਵੀ ਆਏ ਨੇ, ਭਾਈ ਵੀ ਆਏ ਨੇ, ਬਜ਼ੁਰਗ ਵੀ ਆਏ ਨੇ, ਤੇ ਅੰਮ੍ਰਿਤ ਵੇਲੇ ਦਾ ਟਾਈਮ ਹੈ। ਕਿੰਨਾ ਉਦਮ ਪ੍ਰਚਾਰਿਤ ਕੀਤਾ ਹੈ, ਕਿੰਨੀ ਸ਼ਰਧਾ ਹੈ ਗੁਰੂ ਅਮਰਦਾਸ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀ। ਖੁਸ਼ੀ ਹੈ ਸੰਗਤ ਦੇ ਮਨ ਵਿੱਚ। ਇਹ ਮਨ ਦੀ ਖੁਸ਼ੀ ਦਾ ਪ੍ਰਤੀਕ ਹੈ ਸਾਹਮਣੇ ਕਿ ਗੁਰੂ ਅਮਰਦਾਸ ਮਹਾਰਾਜ ਦਾ ਜਿਹੜਾ ਦਿਹਾੜਾ ਆਪਾਂ ਸ਼ਰਧਾ ਭਾਵਨਾ ਨਾਲ ਮਨਾ ਰਹੇ ਹਾਂ। ਬੇਨਤੀ ਹੈ, ਯਤਨ ਕਰਿਓ, ਕੋਸ਼ਿਸ਼ ਕਰਿਓ ਗੁਰੂ ਚਰਨਾਂ ਵਿੱਚ ਸੱਜ ਕਰਕੇ ਗੁਰੂ ਦਾ ਇਤਿਹਾਸ ਸਰਵਣ ਕਰਨ ਦੀ। ਭਾਈ ਸਾਹਿਬ ਨੂੰ ਬੇਨਤੀ ਹੈ, ਰਣਜੀਤ ਸਿੰਘ ਜੀ ਨੂੰ, ਉੱਥੇ ਦੇਖਤੀ ਬਹਿ ਜਾਣ ਭੋਗ ਲਵਾ ਕੇ। ਜਿਹਨੇ ਜ਼ਿਆਦਾ ਕਿਤੇ ਕਿਸੇ ਨੂੰ ਜ਼ਿਆਦਾ ਜ਼ਰੂਰੀ ਹੋਵੇ ਉਹ ਜਾ ਵੀ ਸਕਦਾ ਹੈ, ਫਿਰ ਸੰਗਤ 'ਚ ਨਾ ਵਰਤਾਇਓ। ਇੰਨੀ ਕੋਈ ਬੇਨਤੀ ਧਿਆਨ 'ਚ ਰੱਖਿਓ, ਕਿਉਂਕਿ ਗੁਰੂ ਕੀ ਕਥਾ ਦੇ ਰੂਲ ਹੁੰਦੇ ਨੇ ਦੀਵਾਨ ਦੇ। ਇਹਦੇ ਵਿੱਚ ਉੱਠਤ ਬੈਠਤ ਨਹੀਂ ਜ਼ਿਆਦਾ ਹੋਣੀ ਚਾਹੀਦੀ, ਇਕਾਗਰਤਾ ਹੋਣੀ ਚਾਹੀਦੀ ਹੈ, ਟਿਕਾ ਹੋਣਾ ਚਾਹੀਦਾ ਹੈ, ਤੇ ਭੋਗ ਤੋਂ ਉਪਰੰਤ ਹੀ ਪ੍ਰਸ਼ਾਦ ਵਰਚਾਏ ਜਾਂਦੇ ਨੇ। ਇਹ ਮਰਿਆਦਾ ਹੈ ਗੁਰੂ ਕੀ। ਪਰ ਉਹ ਲਹਿ ਦੀ ਗੱਲ ਹੈ ਕਿ ਆਪਾਂ ਆਪਣੀ ਸਹੂਲਤ ਵਾਸਤੇ ਆਪਣੀ ਮਰਜ਼ੀ ਚਲਾਈ ਹੋਈ ਹੈ। ਮਾਫੀ ਦੇ ਦੇਣਾ ਵੀ ਅਸੀਂ ਪਹਿਲਾਂ ਲੈ ਕੇ ਜਦੋਂ ਮਰਜ਼ੀ ਜਾਈਏ। ਇਸ ਕਰਕੇ ਉਹ ਗੱਲ ਨੂੰ ਮੁੱਖ ਰੱਖਦੇ ਹੋਏ ਤਾਂ ਹੀ ਭਾਈ ਸਾਹਿਬ ਨੂੰ ਬੇਨਤੀ ਕੀਤੀ ਹੈ ਵੀ ਤੁਸੀਂ ਬਹਿ ਜਾਓ ਗੁਰੂ ਕੀ ਦੇਗ ਤੇ। ਇਸ ਕਰਕੇ ਸਾਧ ਸੰਗਤ ਜੀ, ਹੁਣ ਆਪਾਂ ਸਾਰੇ ਵਿਚਾਰ ਕਰਾਂਗੇ ਗੁਰੂ ਅਮਰਦਾਸ ਮਹਾਰਾਜ ਦੇ ਪ੍ਰਕਾਸ਼ ਦਿਹਾੜੇ। ਕੱਲ੍ਹ ਵੀ ਕਿਹਾ ਸੀ, ਜਦ ਤੱਕ ਆਪਾਂ ਸੁਣਦੇ ਨਹੀਂ ਉਦੋਂ ਤੱਕ ਪਤਾ ਨਹੀਂ ਲੱਗਦਾ। ਬੱਚਾ ਸਕੂਲ ਜਾ ਕੇ ਹੱਥ ਲਾ ਕੇ ਵਾਪਸ ਆ ਜੇ, ਤੁਸੀਂ ਬੱਚੇ ਨੂੰ ਡਾਂਟਦੇ ਹੋ ਕਿਉਂ? ਕਿਉਂਕਿ ਉਹ ਬੈਠੇਗਾ ਨਹੀਂ, ਸੁਣੇਗਾ ਨਹੀਂ ਟੀਚਰ ਦੀ ਗੱਲ, ਪੜ੍ਹੇਗਾ ਕੀ, ਸਿੱਖੇਗਾ ਕੀ, ਵਧੇਗਾ ਕੀ ਅੱਗੇ। ਉਹੀ ਗੱਲ ਆਪਣੇ ਤੇ। ਜੇ ਬੱਚਾ ਆਪਣੇ ਕਰਦੇ ਵੀ ਤੁਹਾਨੂੰ ਇੰਨੇ ਸਾਲ ਹੋ ਗਏ ਨੇ ਗੁਰਦੁਆਰੇ ਜਾਂਦੇ ਆ, ਗੁਰੂ ਅਮਰਦਾਸ ਮਹਾਰਾਜ ਦਾ ਕਦੋਂ ਪ੍ਰਕਾਸ਼ ਦਿਹਾੜਾ ਹੋਇਆ? ਗੁਰੂ ਨਾਨਕ ਦੇਵ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਕਦੋਂ? ਤੁਸੀਂ ਆਖਣਾ ਹੀ ਸੁਣਿਆ ਹੀ ਨਹੀਂ ਹੈ। ਤੇ ਫਿਰ ਬੱਚਿਆਂ ਨੂੰ ਕਿਵੇਂ ਆਪਾਂ ਕਹਿ ਸਕਦੇ ਹਾਂ ਵੀ ਤੁਸੀਂ ਕਿਉਂ ਨਹੀਂ ਪੜ੍ਹਦੇ? ਪਹਿਲਾਂ ਉਹ ਆਪਣੇ ਤੇ ਵੀ ਗੱਲ ਨਿਰਭਰ ਕਰੀਏ ਨਾ। ਇਸ ਕਰਕੇ ਜਦੋਂ ਅਸੀਂ ਸੁਣਦੇ ਹੀ ਨਹੀਂ, ਟਾਈਮ ਨਹੀਂ ਸਾਡੇ ਕੋਲ ਗੁਰੂ ਮਹਾਰਾਜ ਦੇ ਪ੍ਰਕਾਸ਼ ਦੀ ਵਿਚਾਰ ਸੁਣਨ ਦਾ। ਜਿਹੜੇ ਸੁਣਦੇ ਨੇ ਉਹਨਾਂ ਨੂੰ ਜ਼ਰੂਰ ਮਹਾਰਾਜ ਦੀ ਜੀਵਨ ਦੀ ਵਿਚਾਰ ਯਾਦ ਰਹਿ ਜਾਂਦੇ, ਕੋਈ ਰਹਿਵੇ ਭਾਵੇਂ, ਰਹਿੰਦੀ ਜ਼ਰੂਰ ਹੈ। ਖੈਰ, ਮਜਬੂਰੀਆਂ ਵੀ ਹੋ ਸਕਦੀਆਂ ਨੇ, ਪਰ ਜਿੰਨੇ ਕੁ ਮਿੰਟ 5-7 ਮਿੰਟ ਜਾਂ ਵੱਧ ਸਮਾਂ ਬੈਠਣ ਦਾ ਟਾਈਮ ਪ੍ਰਾਪਤ ਹੋਵੇ, ਗੁਰੂ ਅਮਰਦਾਸ ਮਹਾਰਾਜ ਦੀ ਗੋਦ ਵਿੱਚ ਆਪਾਂ ਬੈਠੇ ਹਾਂ ਸਾਰੇ। ਸੋ ਆਓ ਪਹਿਲਾਂ ਉਹਨਾਂ ਦਾ ਜਸ ਗਾਇਨ ਕਰੀਏ ਜੋ ਭੱਟ ਸਾਹਿਬਾਨ ਦੀ ਬਾਣੀ ਵਿੱਚ ਉਹਨਾਂ ਦੀ ਉਪਮਾ ਦੀ ਬਾਬਤ ਲਿਖਿਆ ਗਿਆ ਹੈ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨਿਆਵੇ। ਭੱਲੇ ਅਮਰਦਾਸ ਗੁਣ ਤੇਰੇ ਜੀ, ਭੱਲੇ ਅਮਰਦਾਸ ਗੁਣ ਤੇਰੇ ਜੀ, ਭੱਲੇ ਅਮਰ ਭੱਲੇ ਅਮਰ ਭੱਲੇ ਅਮਰਦਾਸ ਗੁਣ ਤੇਰੇ ਜੀ, ਭੱਲੇ ਅਮਰਦਾਸ ਗੁਣ ਤੇਰੇ ਜੀ, ਭੱਲੇ
तेरी उपमा तोहि बन आवे, तेरी उपमा तुहि बन आवे, तेरी उपमा, तेरी उपमा तोहि बन। भले अमरदास गुण तेरे जी, भले अमरदास गुण तेरे जी, भले भले अमर। सब तो पहला गुरु अमरदास मार दे प्रकाश दिहाड़े दियां बेअंत बेअंत आप जी नूं वधाइयां होण। गुरु अमरदास तुहाडे बच्चों तुहाडे परिवार ते मेहर भरिया हथ रखे, चढ़दी कला बख्शे। गुरु अमरदास मार दा प्रकाश कित्थे हुंदा है? पिंड बासर का, ਅੰਮ੍ਰਿਤਸਰ ਦੇ ਵਿੱਚ ਪੈਂਦਾ ਹੈ ਬਾਸਰ ਕਾ। ਪਿਤਾ ਸੀ ਪਿਤਾ ਸਤਿਕਾਰਯੋਗ ਤੇਜਭਾਨ ਜੀ, ਸਤਿਕਾਰਯੋਗ ਮਾਤਾ ਜੀ ਲక్ష్ਮੀ ਜੀ। ਭਾਵੇਂ ਸੁਲੱਖਣੀ ਜੀ ਵੀ ਲਿਖਿਆ ਹੋਇਆ, ਪਰ ਲక్ష్ਮੀ ਮਾਤਾ ਜੀ ਦੀ ਪਾਵਨ ਕੁੱਖ ਤੋਂ ਸਾਧ ਸੰਗਤ ਜੀ 1479 ਸਨ 1479 ਇਹ 5 ਮਈ ਦੱਸਦੇ ਹਨ ਸਨ ਦੇ ਮੁਤਾਬਕ, 5-6 ਮਈ ਤਰੀਕ ਦੱਸਦੇ ਹਨ, 5ਵਾਂ ਮਹੀਨਾ ਸਨ 1479 ਤੇ ਸੰਮਤ ਵੈਸਾਖ ਮਹੀਨਾ ਦੱਸਦੇ ਹਨ 1536 ਵਿੱਚ ਪਿਤਾ ਤੇਜਭਾਨ ਦੇ ਘਰ ਮਾਤਾ ਲక్ష్ਮੀ ਦੀ ਪਾਵਨ ਕੁੱਖ ਤੋਂ ਅੰਮ੍ਰਿਤ ਵੇਲੇ ਗੁਰੂ ਅਮਰਦਾਸ ਮਹਾਰਾਜ ਜੀਆਂ ਦਾ ਪ੍ਰਕਾਸ਼ ਹੋਇਆ। ਹੁਣ ਗੁਰੂ ਨਾਨਕ ਦੇਵ ਮਹਾਰਾਜ ਤੇ ਗੁਰੂ ਅਮਰਦਾਸ ਮਹਾਰਾਜ ਦੇ ਜਨਮ ਵਿੱਚ ਥੋੜਾ ਹੀ ਫਰਕ ਹੈ। ਕਿੰਨਾ ਕੁ? ਉਹ 1469 ਸਨ ਹੈ, ਇਹ 1479 69 10 ਸਾਲ ਦਾ ਫਰਕ ਹੈ। ਸਿਰਫ 10 ਸਾਲ ਛੋਟੇ ਸੀ ਗੁਰੂ ਅਮਰਦਾਸ ਮਹਾਰਾਜ ਗੁਰੂ ਨਾਨਕ ਦੇਵ ਮਹਾਰਾਜ ਤੋਂ। ਸਾਧ ਸੰਗਤ ਜੀ ਮਹਾਰਾਜ ਦੇ ਪਿਤਾ ਪਰਚੂਨ ਦੀ ਦੁਕਾਨ ਵੀ ਦੱਸਦੇ ਨੇ, ਜਾਂ ਘੋੜਿਆਂ ਤੇ ਸਮਾਨ ਲੱਦ ਕੇ ਇਸ ਤਰ੍ਹਾਂ ਹੀ ਵੇਚਿਆ ਜਾਂਦਾ ਸੀ ਪਹਿਲਾਂ, ਇਸ ਤਰ੍ਹਾਂ ਵੇਚਦੇ ਸੀ। ਗੁਰੂ ਅਮਰਦਾਸ ਮਹਾਰਾਜ ਵੀ ਜਿਵੇਂ ਪਿਤਾ ਦਾ ਕਾਰੋਬਾਰ ਸੀ ਉਹਨੂੰ ਸੰਭਿਆ, ਕੰਮ ਕਰਦੇ ਸੀ, ਦੁਕਾਨ ਤੇ ਬਹਿਣਾ ਸ਼ੁਰੂ ਕਰਤਾ, ਫਿਰ ਪਿੰਡਾਂ ਵਿੱਚ ਲਿਜਾਣਾ ਸਮਾਨ ਸ਼ੁਰੂ ਕਰਤਾ, ਪਿੰਡਾਂ ਵਿੱਚ ਵੇਚ ਕੇ ਵੀ ਆਉਂਦੇ ਨੇ। ਗੁਰੂ ਅਮਰਦਾਸ ਮਹਾਰਾਜ ਦਾ ਜਿਹੜਾ ਪਰਿਵਾਰ ਸੀ, ਪਿਤਾ ਜੀ ਸੀ, ਉਹ ਹਿੰਦੂ ਰਹੁ ਰੀਤੀਆਂ ਨਾਲ ਜੁੜੇ ਹੋਏ ਸੀ, ਕਰਮ ਕਾਂਡਾਂ ਨਾਲ। ਭਾਵੇਂ ਉਹ ਬਾਅਦ ਵਿੱਚ ਉਹਨਾਂ ਦਾ ਜੋ ਤਿਆਗ ਕੀਤਾ ਗਿਆ, ਜਦੋਂ ਸੱਚੇ ਗੁਰੂ ਦੀ ਪ੍ਰਾਪਤੀ ਹੋ ਜੇ ਫਿਰ ਕਰਮ ਕਾਂਡ ਨੂੰ ਕੋਈ ਥਾਂ ਨਹੀਂ ਹੈ। ਪਿਤਾ ਤੇਜਭਾਨ ਵੀ ਕਰਮਕਾਂਡੀ ਸੀ, ਗੁਰੂ ਅਮਰਦਾਸ ਮਹਾਰਾਜ ਜੀ ਉਸੇ ਤਰ੍ਹਾਂ। ਫਿਰ ਹਰਿਦੁਆਰ ਬਾਰੇ ਸੁਣਿਆ ਉਹਨਾਂ ਨੇ, ਹਿਰਦਾ ਬੜਾ ਨਿਰਮਲ ਸੀ, ਪਵਿੱਤਰ ਸੀ, ਕੋਈ ਵਲਛਲ ਨਹੀਂ ਸੀ, ਕੋਈ ਚਤਰ ਚਲਾਕੀ ਨਹੀਂ ਸੀ, ਕੋਈ ਧੋਖਾ ਬੇਈਮਾਨੀ ਮਨ ਵਿੱਚ ਹੈ ਹੀ ਨਹੀਂ ਸੀ। ਐਵੇਂ ਦਾ ਮਨ ਬੜਾ ਸਾਫ਼ ਸੀ। ਜਿਹਦੀ ਨੀਤ ਸਾਫ਼ ਹੁੰਦੀ ਉਹਦੇ ਤੇ ਪ੍ਰਮਾਤਮਾ ਦੀ ਆਪਣੇ ਆਪ ਹੀ ਕਿਰਪਾ ਵਰਤਦੀ। ਮੁਰਾਦਾਂ ਨੀਤ ਨਾਲ ਹੀ ਮਿਲਦੀਆਂ ਹੁੰਦੀਆਂ ਨੇ। ਕਹਿੰਦੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ, ਵੈਸੇ ਇਤਿਹਾਸਕਾਰਾਂ ਨੇ ਕਿਹਾ ਗੁਰੂ ਅਮਰਦਾਸ ਉਦੋਂ ਜਦੋਂ ਗੁਰਤਾ ਗੱਦੀ ਮਿਲ ਗਈ, ਪਹਿਲਾਂ ਬਾਬਾ ਅਮਰਦਾਸ ਉਹਨਾਂ ਨੇ ਸ਼ਬਦ ਉਚਾਰਿਆ। ਬਾਬਾ ਅਮਰਦਾਸ ਜੀ ਹਰਿਦੁਆਰ ਜਾਂਦੇ ਨੇ ਨੰਗੇ ਪੈਰੀ, ਪੈਦਲ ਚੱਲਦੇ ਨੇ। ਕਿੱਥੋਂ ਚੱਲਦੇ ਨੇ? ਅੰਮ੍ਰਿਤਸਰ ਬਾਸਰ ਕੇ ਹਰਿਦੁਆਰ ਜਾਂਦੇ ਨੇ। 300 ਮੀਲ ਹੈ ਇੱਕ ਪਾਸਾ, ਦੋ ਪਾਸੇ 600 ਮੀਲ। ਕਿੰਨੀ ਸ਼ਰਧਾ ਹੋਣੀ। ਹਰਿਦੁਆਰ ਨੰਗੇ ਪੈਰੀ ਪੈਦਲ ਚੱਲ ਕੇ ਜਾਂਦੇ। ਫਿਰ ਯਾਤਰਾ ਵਿਧੀ ਪੂਰਵਕ ਹੁੰਦੀ। ਇੱਕ ਜਦੋਂ ਯਾਤਰਾ ਕੀਤੀ ਜਾਂਦੀ, ਯਾਤਰਾ ਇੱਕ ਵਿਧੀ ਪੂਰਵਕ ਯਾਤਰਾ ਹੁੰਦੀ, ਜਿਹਦੀ ਯਾਤਰਾ ਕਰਕੇ ਪੂਰਾ ਫਲ ਮਿਲਦਾ।
ਉਹ ਇਹ ਹੈ ਵੀ ਕਿਸੇ ਦੀ ਨਿੰਦਿਆ ਚੁਗਲੀ ਨਾ ਕਰੇ, ਰਸਤੇ ਵਿੱਚ ਕਿਸੇ ਦੇ ਹੱਥੋਂ ਨਾ ਕੁਛ ਖਾਵੇ, ਨਾਮ ਜਪਦਾ ਜਾਵੇ, ਆਪਣਾ ਹੀ ਸਮਾਨ ਲੈ ਕੇ ਜਾਵੇ, ਉਹੀ ਖਾਵੇ ਬਸ। ਉੱਥੇ ਜਾ ਕੇ ਇੱਕ ਔਗਣ ਛੱਡ ਆਵੇ, ਫਿਰ ਤੀਰਥ ਦਾ ਜਿਹੜਾ ਇੱਕ ਫਲ ਮਿਲਦਾ, ਤੀਰਥ ਨਾਤੇ ਇੱਕ ਫਲ। ਸੰਤ ਮਿਲੇ ਫਲਚਾਰ, ਕੋਈ ਮਹਾਂਪੁਰਸ਼ ਸੰਪੂਰਨ ਪ੍ਰਪੱਕ ਪੂਰਾ ਮਹਾਂਪੁਰਸ਼ ਮਿਲ ਜੇ ਫਿਰ 4 ਫਲ। ਗੁਰੂ ਮਿਲੇ ਅਨੇਕ ਫਲ। ਆ ਜਿਹੜੇ ਗੁਰੂ ਦੇ ਚਰਨਾਂ 'ਚ ਬੈਠੇ ਆ, ਇਹਨੂੰ ਮਿਲਣ ਨਾਲ ਅਨੇਕਾਂ ਹੀ ਫਲ ਮਿਲਦੇ ਨੇ, ਕੋਈ ਗਿਣਤੀ ਰਹਿ ਨਹੀਂ ਜਾਂਦੀ ਇੱਥੇ। ਵੱਡੇ ਕੀਆਂ ਵਡਿਆਈਆਂ, ਵੱਡੀਆਂ ਹੀ ਦਾਤਾਂ ਨੇ ਉੱਡੀਆਂ। ਗੁਰੂ ਅਮਰਦਾਸ ਮਹਾਰਾਜ ਇਤਿਹਾਸ ਕਹਿੰਦਾ 20 ਵਾਰ ਗਏ, ਹਰ ਸਾਲ ਬਾਅਦ 20 ਵਾਰ 600 ਮੀਲ ਪੈਦਲ ਹੀ ਤੈਅ ਕਰਦੇ ਸੀ। ਕਈਆਂ ਨੇ 21ਵੀਂ ਵੀ ਲਿਖਿਆ ਵੀ ਲਾਸਟ ਜਿਹੜੀ ਯਾਤਰਾ ਕੀਤੀ 21ਵੀਂ ਵਾਰ 22ਵੀਂ ਵਾਰ ਕੀਤੀ ਹੈ। ਜਦੋਂ ਇਹ ਲਾਸਟ ਯਾਤਰਾ ਸੀ, ਅਜੇ ਮਿਲਾਪ ਨਹੀਂ ਹੋਇਆ ਮਹਾਰਾਜ ਦੇ ਨਾਲ। ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਤੋਂ ਅਜੇ ਜਾਣੂ ਨਹੀਂ ਉਹ ਵਡਿਆਈ ਉਪਮਾ ਤੋਂ। ਕਹਿੰਦੇ ਚੱਲ ਪਏ, ਜਦੋਂ ਹਰਿਦੁਆਰ ਤੇ ਯਾਤਰਾ ਕਰਕੇ ਇਸ਼ਨਾਨ ਕਰਕੇ ਵਾਪਸ ਆ ਰਹੇ ਨੇ, ਰਾਹ 'ਚ ਪੜਾਅ ਕੀਤਾ। ਦੁਰਗਾ ਦਾਸ ਪੰਡਤ ਹੈ, ਉੱਥੇ ਰੁਕੇ ਨੇ। ਉਹ ਵੀ ਕਹਿੰਦੇ ਮਹਾਰਾਜ ਦੇ ਨਾਲ ਸਫ਼ਰ ਤੈਅ ਕਰਦਾ। ਉੱਥੇ ਮਹਾਰਾਜ ਬਾਗ ਵਿੱਚ ਪਏ ਨੇ ਤੇ ਮਹਾਰਾਜ ਦੇ ਪੈਰ ਦੇ ਵਿੱਚੋਂ ਨਾ ਦਮਕ ਪੈਂਦੀ, ਚਰਨ ਵਿੱਚੋਂ, ਸੱਜੇ ਚਰਨ ਵਿੱਚੋਂ ਚਮਕਾਰਾ ਪੈਂਦਾ। ਦੁਰਗਾ ਦਾਸ ਪੰਡਤ ਜਿਹੜਾ ਇਹ ਸੀ, ਜੋਤਿਸ਼ ਵਿਦਿਆ ਪੜ੍ਹਿਆ ਹੋਇਆ ਸੀ, ਇਹ ਅਨੁਮਾਨ ਲਾ ਸਕਦਾ ਸੀ ਰੇਖਾਵਾਂ ਤੋਂ। ਵਿਦਿਆ ਇੱਕ ਅਨੁਮਾਨ ਲਾਇਆ ਜਾ ਸਕਦਾ। ਇਹ ਕੇਰਲ ਦੀ ਵਿਦਿਆ ਦੱਸਦੇ ਨੇ, ਪੜ੍ਹਿਆ ਹੋਇਆ ਸੀ ਜੋਤਿਸ਼। ਇਹਨੇ ਦੇਖਿਆ ਵੀ ਜਿਹੜਾ ਉਹ ਪੁਰਸ਼ ਪਿਆ ਹੋਇਆ ਹੈ ਕੋਈ ਆਮ ਨਹੀਂ ਹੋ ਸਕਦਾ, ਜਾਂ ਚੱਕਰਵਰਤੀ ਸਮਰਾਟ ਤੇ ਜਾਂ ਅਧਿਆਤਮਿਕ ਤੌਰ ਤੇ ਬੜਾ ਵੱਡਾ ਗੁਰੂ ਹੋ ਸਕਦਾ ਹੈ, ਜਿੰਦੀ ਦੁਨੀਆ ਸੇਵਕ ਹੈ ਕਰੋੜਾਂ ਨਾਲ। ਜਦੋਂ ਜਾ ਕੇ ਦੇਖਿਆ, ਦੇਖਦੇ ਹੀ ਰਹਿ ਗਏ। ਕਿਉਂ ਦੇਖਦੇ ਰਹਿ ਗਏ? ਜਿਹੜਾ ਉਹ ਪਦਮ ਸੀ ਉਹ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ 'ਚ ਵੀ ਸੀ। ਉਹ ਜਿਹੜਾ ਪਦਮ ਸੀ ਕ੍ਰਿਸ਼ਨ ਭਗਵਾਨ ਦੇ ਚਰਨਾਂ 'ਚ ਵੀ ਸੀ। ਇਹ ਚੱਕਰਵਰਤੀ ਜਾਂ ਅਵਤਾਰੀ ਮਹਾਂਪੁਰਸ਼ਾਂ ਦੇ ਚਰਨਾਂ 'ਚ ਹੋਇਆ ਕਰਦਾ। ਸੋ ਸਾਧ ਸੰਗਤ ਜੀ ਕਹਿੰਦੇ ਜਦੋਂ ਦੇਖਿਆ ਤੇ ਮਹਾਰਾਜ ਨੇ ਤਰਬਕ ਕੇ ਉੱਠੇ ਵੀ ਦੁਰਗਾ ਦਾਸ ਪੰਡਤ ਚਰਨਾਂ ਵੱਲ ਖੜਾ ਦੇਖ। ਕਹਿੰਦੇ ਪੰਡਤ ਜੀ ਕੀ ਦੇਖ ਰਹੇ ਹੋ? ਕਹਿੰਦੇ ਬਾਬਾ ਜੀ ਮੈਂ ਆਪਣੀ ਵਿਦਿਆ ਅਨੁਸਾਰ ਕਹਿ ਸਕਦਾ, ਜਾਂ ਤੁਸੀਂ ਚੱਕਰਵਰਤੀ ਸਮਰਾਟ ਜਾਂ ਅਧਿਆਤਮਕ ਗੁਰੂ ਸੰਸਾਰ ਤੇ ਚੋਰ ਝੁੱਲੇਗਾ, ਛੱਤਰ ਝੁੱਲੇਗਾ, ਦੁਨੀਆ ਸਾਰੀ ਤੁਹਾਡੀ ਸੇਵਕ ਹੋਏਗੀ। ਕਹਿੰਦਾ ਕਿਉਂ ਮਜ਼ਾਕ ਕਰਦਾ? 60 ਸਾਲ ਦੀ ਉਮਰ ਹੋ ਗਈ। ਉਦੋਂ 60 ਸਾਲ ਦੀ ਉਮਰ ਹੋ ਗਈ ਸੀ ਮਹਾਰਾਜ ਦੀ, ਤੇ ਬੱਚੇ ਮਹਾਰਾਜ ਦੇ ਹੋ ਗਏ ਸੀ। ਵੱਡੇ ਸਪੁੱਤਰ ਸੀ ਬਾਬਾ ਮੋਹਨ, ਛੋਟੇ ਸੀ ਮੋਹਰੀ, ਵੱਡੀ ਧੀ ਸੀ ਬੀਬੀ ਦਾਨੀ, ਛੋਟੀ ਸੀ ਬੀਬੀ ਭਾਨੀ। ਬੀਬੀ ਦਾਨੀ ਰਾਮੇ ਨੂੰ, ਭਾਈ ਰਾਮੇ ਜੀ ਨੂੰ ਵਿਆਹੀ ਸੀ, ਤੇ ਬੀਬੀ ਭਾਨੀ ਜਿਹੜੀ ਸੀ ਉਹ ਭਾਈ ਜੇਠਾ ਜੀ ਨੂੰ, ਗੁਰੂ ਰਾਮਦਾਸ ਮਹਾਰਾਜ ਨੂੰ। ਕਹਿਣ ਤੋਂ ਭਾਵ ਕਬੀਲਦਾਰੀ ਸੰਭੀ ਹੋਈ ਸੀ। ਕਹਿਣ ਲੱਗੇ 60 ਸਾਲ ਦੀ ਉਮਰ ਹੋ ਗਈ ਹੈ। ਸੈਂਕੜੇ ਪੰਡਤ ਮਿਲੇ ਨੇ ਇਹ ਯਾਤਰਾ ਦੇ ਦੌਰਾਨ, ਅੱਜ ਤੱਕ ਉਹਨਾਂ ਨੇ ਤਾਂ ਕਿਸੇ ਨੇ ਮੈਨੂੰ ਨਹੀਂ ਕਿਹਾ ਤੁਸੀਂ ਕਹਿ ਰਹੇ ਹੋ। ਕਹਿੰਦੇ ਬਾਬਾ ਜੀ ਮੈਨੂੰ, ਮੈਂ ਆਪਣੀ ਵਿਦਿਆ ਅਨੁਸਾਰ ਕਿਹਾ, ਮਿੱਥਿਆ ਬਚਨ ਨਹੀਂ ਮੈਂ ਕਿਹਾ। ਇਹ ਸੱਤ ਹੋਏਗਾ, ਜੇ ਨਹੀਂ ਹੋਇਆ ਤੁਹਾਡੇ ਵਾਲੇ ਆਉਣ ਵਾਲੇ ਸਮੇਂ ਦੇ ਵਿੱਚ ਹੋਏਗਾ। ਤੇ ਮੈਂ ਬੇਨਤੀ ਕਰਦਾ ਮੈਨੂੰ ਗਰੀਬ ਨੂੰ ਯਾਦ ਰੱਖਿਓ, ਜਦੋਂ ਤੁਹਾਡੇ ਸਿਰ ਤੇ ਛੱਤਰ ਝੁੱਲੇਗਾ, ਚੋਰ ਝੁੱਲੇਗਾ। ਮਹਾਰਾਜ ਕਹਿੰਦੇ ਮੈਂ ਤਾਂ ਆਮ ਜਿਹਾ ਇੱਕ ਸਮਾਨ ਵੇਚਣ ਵਾਲਾ, ਛੋਟੀ ਜਿਹੀ ਪਰਚੂਨ ਦੀ ਦੁਕਾਨ ਹੈ, ਮੇਰੇ ਤੇ ਮੈਂ ਕਿੱਥੇ ਸਮਰਾਟ, ਕਿੱਥੇ ਛੱਤਰ ਝੁੱਲੇਗਾ, ਚੋਰ ਝੁੱਲੇਗਾ ਮੇਰੇ। ਕਿਉਂ ਪੰਡਤ ਜੀ ਐਸੀ ਉਮਰ ਵਿੱਚ ਤੂੰ ਮੈਨੂੰ ਮਜ਼ਾਕ ਕਰਦਾ? 60 ਸਾਲ ਦੀ ਵਡੇਪਾ ਸ਼ੁਰੂ ਹੋ ਗਿਆ। ਕਹਿੰਦੇ ਨਹੀਂ ਬਾਬਾ ਜੀ ਇਹ ਦਿਨ ਆਏਗਾ। ਗੱਲਾਂ ਕਰਦੇ ਕਰਦੇ ਕਹਿੰਦੇ ਬਾਬਾ ਜੀ ਤੁਹਾਡਾ ਗੁਰੂ ਕੌਣ ਹੈ? ਗੁਰੂ ਅਮਰਦਾਸ ਮਹਾਰਾਜ ਕਹਿੰਦੇ ਗੁਰੂ ਦੀ ਲੋੜ ਹੈ ਜੇ 21ਵੀਂ 22ਵੀਂ ਵਾਰ ਯਾਤਰਾ ਪੈਦਲ ਕੀਤੀ ਹੈ,
अखोटस माला दी जिहड़ी अठोतरी माला उनकी रोज़ जाप करते हैं, पहला गंगा दी इशनान करते हैं, हजे गुरु की लोड़ है। पंडित अफसोस वाले बचन कहंदा है, कहंदे बाबा जी मैं तो तुहानूं जाणिया सी तुसी गुरु वाले होएगे, बीबा दाड़ा सुंदर दाड़ा स्वरूप तुहाडा, मेरा तक कीता कर्म ही धर्म ही जप तप भ्रिष्ट करता तुसी। निगुरे दे हथों जिहड़ा गुरु वाला नहीं बनिया उनके हथों खा लीए भ्रष्ट हो जाता है। मेरा जप तप मेरा कर्म धर्म सारा ही भ्रष्ट करता। यही कारण है तुहानूं प्राप्ति तां ही नहीं हुई कि तुहानूं गुरु नहीं मिलिया है, तुसी गुरु नहीं धारण किया। यही गल है, यही वजह है। बहुत कुछ कहा उन्हें दुर्गा दास दुर्गा दत्त पंडित ने, महाराज ने सुनिया सारा कुछ, पर वो हिरदे ते गल्लां सारियां लग गई दिल ते। मेरी पिछली उम्र है, बचपन वाले नूं आस है जवानी दी, जवानी वाले नूं वडेपे दी, वडेपे वाले नूं हुण किहड़ी आस है भी हुण उहनूं किहड़ा अमृत उहने अगे जाके पड़ा होना जिहड़ा हुण छकेगा अगे जाके। कई बजुर्ग भी नहीं इस पासे जा रहे, कमाल दी गल है। तुहाडे हुण तैयारी तो होई पई है अगे जाण दी, इस तो अगे तो है ही नहीं कुछ, कल नूं आ जाए अज है। वैसे तो पता किसी का भी नहीं है, पर वडेपे तो अगे तो है ही नहीं आस। बचपन वाले नूं जवानी दी, जवानी वाले नूं वडेपे दी है, पर जिन्हां दे सिर ते चिट्टे आ गए ने उन्हां नूं हुण किहड़ी आस? वो कदों बनणगे गुरु वाले? अवसर अपना खो लैणगे, फिर पछताउणा पैना उन्हां नूं। महाराज दे दिल ते भावें जप तप करदे सी, माला फेरदे सी, यात्रा करदे सी, पर बह गया भी गल्लां सच्चियां ने। मेरे मन नूं भी शांति नहीं सी इन्ना कुछ करदियां, मेरा मन भी बड़ा व्याकुल सी, दुखी सी। मैं भी सच दी टोल च सी, गुरु दी टोल दे विच सी। घर तुर गए, अपने पिंड बासर के पहुंचे ने। घरदियां ने प्रशादा दिता, सुख शांत पुछी, पर छकिया जरूर शरीर सी, मन करके तो बड़े दुखी सी। अमृत वेले 2 बजे, जो 2 बजे गुरु अंगद देव महाराज की धी बीबी अमरो विआही हुई सी महाराज के भतीजे ने। गुरु अमरदास महाराज के भरा 3 होर सी, 4 भरा सी महाराज। महाराज के भरा दे घर नूं सी गुरु अंगद देव महाराज की धी, भाई जस्सू की घर वाले सपत्नी। जस्सू भतीजा लगता सी महाराज गुरु अमरदास महाराज। बीबी ने मधानी पाई, अमृत वेले आसा दी वार दा पाठ शुरू कर दिता। बलिहारी गुरे अपने देवहाड़ी सदवार, जिन मानस ते देवते किए करत न लागी वार। ये पहला ही पढ़िया सी, जो पहला शब्द पढ़िया गुरु अमरदास महाराज के मन नूं बड़ा टका जा प्राप्त होया। ऐसिया गुरा तू मैं बल बल जावा, ऐसिया गुरा तू मैं बल बल जावा, ऐसिया ऐसिया गुरा बलिहारी गुरे अपने, बलिहारी गुरे अपने, बलिहारी गुर देवहाड़ी सदवार, देवहाड़ी सदवार, देवहाड़ी देवहाड़ी। जिन मानस ते देवते किए, जिन मानस ते देवते किए, जिन मानस ते जिन मानस करत न लागी वार, करत न लागी वार, करत न लागी। गुरु अमरदास महाराज दी धीआं, धी ने बाणी आसा दी वार इत्थों ही शुरू होंदी है। फिर दूजा शब्द अगे आउंदा, महला दूजा। कुंभे बदा जल रह, जल बिन कुंभ न होए। माफ करना,
ਦੂਜਾ ਸ਼ਬਦ ਪੜਿਆ, ਜੇ ਸੋ ਚੰਦਾ ਉਗਵੈ ਸੂਰਜ ਚੜ੍ਹੈ ਹਜ਼ਾਰ। ਇਤੇ ਚੰਨ ਹੁੰਦਿਆਂ ਗੁਰਬਿਨ ਘੋਰ ਹੁੰਦਾ। ਕਹਿਣ ਲੱਗੇ ਜਿਹੜਾ ਮੇਰੇ ਨਾਲ ਬੀਤਿਆ ਉਹ ਤਾਂ ਬਾਣੀ ਵਿੱਚ ਹੀ ਹੈ ਵੀ ਗੁਰੂ ਬਿਨਾ ਗਿਆਨ ਨਹੀਂ ਹੈ, ਗੁਰੂ ਬਿਨਾ ਗਤ ਨਹੀਂ ਹੈ, ਗੁਰੂ ਬਿਨਾ ਜਨਮ ਸਫਲਾ ਨਹੀਂ ਹੈ, ਹਨੇਰਾ ਹੀ ਹਨੇਰਾ ਹੈ ਗੁਰੂ ਤੋਂ ਬਿਨਾ। ਬਾਣੀ ਦੇ ਵਿੱਚ ਵੀ ਉਹ ਬੋਲ ਆਏ ਜਿਹੜੇ ਦੁਰਗਾ ਦਾਸ ਪੰਡਤ ਨੇ ਕਿਹਾ ਸੀ ਵੀ ਗੁਰੂ ਧਾਰਨੀ ਤੁਸੀਂ ਕੀਤਾ। ਬਾਣੀ ਵਿੱਚ ਆਇਆ, ਜੇ ਸੋ ਚੰਦਾ ਉਗਵੈ 100 ਚੰਦ ਚੜ ਜੇ ਸੂਰਜ ਚੜ੍ਹੈ ਹਜ਼ਾਰ। ਹਜ਼ਾਰਾਂ ਸੂਰਜ ਚੜ ਜੇ ਪਰ ਜੇ ਗੁਰੂ ਧਾਰਨ ਕੀਤਾ ਅੰਦਰ ਹਨੇਰਾ ਹੀ ਹਨੇਰਾ। ਜੇ ਸੋ ਚੰਦਾ ਉਗਵੈ ਸੂਰਜ ਚੜ੍ਹੈ ਹਜ਼ਾਰ। ਇਤੇ ਚਾਨਣ ਹੁੰਦਿਆਂ, ਇੰਨਾ ਚਾਨਣ ਹੁੰਦਿਆਂ ਵੀ ਗੁਰਬਿਨ ਘੋਰ ਅੰਧਾਰ। ਗੁਰਬਿਨ ਗਿਆਨ ਨ ਹੋਏ ਪਿਆਰੇ, ਗੁਰਬਿਨ ਗਿਆਨ ਨ ਹੋਏ। ਗੁਰਬਿਨ ਗਿਆਨ ਨ ਹੋਏ ਪਿਆਰੇ, ਗੁਰਬਿਨ ਗਿਆਨ ਨ ਹੋਏ। ਗੁਰਬਿਨ ਗੁਰਬਿਨ ਗਿਆਨ ਨ ਕੁੰਭੇ ਬਦਾ ਜਲ ਰਹਿ, ਜਲ ਬਿਨ ਕੁੰਭ ਨ ਹੋਏ। ਗਿਆਨ ਕਬਦਾ ਮਨ ਰਹਿ, ਗੁਰਬਿਨ ਗਿਆਨ ਨ ਹੋਏ। ਇਹ ਵੀ ਆਸਾ ਦੀ ਵਾਰ ਵਿੱਚ ਹੀ ਹੁੰਦਾ। ਸਾਰੀਆਂ ਗੱਲਾਂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਮੇਰੇ ਤੇ ਹੀ ਲਾਗੂ ਨੇ। ਮਨ ਤਕੜਾ ਜਿਹਾ ਕੀਤਾ, ਹੌਸਲਾ ਕੀਤਾ। ਕੋਠੇ ਤੇ ਪਏ ਸੀ, ਗਰਮੀਆਂ ਦੇ ਦਿਨ ਦੱਸਦੇ ਨੇ। ਆ ਬਜ਼ੁਰਗ ਬੈਠੇ ਨੇ ਤਾਂ ਕੋਠਿਆਂ ਦੇ ਅੱਜ ਵਰਗੇ ਸਾਧਨ ਨਹੀਂ ਸੀ, ਪੱਖੇ ਆਦਿਕ ਨਹੀਂ ਸੀ। ਇਸ ਕਰਕੇ ਉਤਰੇ, ਦਰਵਾਜ਼ੇ ਦੇ ਕੋਲ ਤੁਰ ਗਏ। ਉਸ ਵਕਤ ਦਾ ਇਹ ਰਿਵਾਜ ਸੀ, ਸਹੁਰਾ ਨੂੰਹ ਕੋਲ ਨਹੀਂ ਜਾ ਸਕਦਾ। ਇਹ ਰਿਵਾਜ ਸੀ ਸਾਡੇ ਦੇਸ਼ ਦਾ, ਸਹੁਰਾ ਨੂੰਹ ਦੇ ਕੋਲ ਨਹੀਂ ਜਾ ਸਕਦਾ ਸੀ। ਮਹਾਰਾਜ ਦੇ ਪੈਰ ਰੁਕ ਗਏ, ਅੱਗੇ ਪੈਰ ਨਹੀਂ ਪੁੱਟੇ ਜਾਂਦੇ ਮਹਾਰਾਜ ਤੋਂ। ਮਹਾਰਾਜ ਕਹਿਣ ਲੱਗੇ ਮੈਂ ਸਹੁਰਾ, ਉਹ ਨੂੰਹ। ਇੰਨਾ ਸਤਿਕਾਰ, ਧੀ ਨਾਲੋਂ ਵੱਧ ਸਤਿਕਾਰ ਨੂੰਹ ਦਾ ਕੀਤਾ ਜਾਂਦਾ ਸੀ। ਅੱਜ ਕਮੀਆਂ ਸਾਡੇ 'ਚ ਵੀ ਨੇ, ਕਿਤੇ ਅਸੀਂ ਵੀ ਨਹੀਂ ਧੀਆਂ ਤੋਂ ਵੱਧ ਪਿਆਰ ਦਿੱਤਾ। ਜੇ ਕਿਤੇ ਦਿੱਤਾ ਹੁੰਦਾ ਗੱਲ ਹੀ ਨਹੀਂ ਆਉਣੀ ਸੀ ਐਵੇਂ ਦੀ। ਕਿਤੇ ਕਮੀ ਹੋ ਸਕਦੀ ਉਹਨਾਂ 'ਚ ਵੀ, ਪਰ ਪਹਿਲ ਸਾਡੀ ਹੈ ਕਮੀ ਦੀ। ਇਸ ਕਰਕੇ ਇੰਨਾ ਪਿਆਰ ਦਿੰਦੇ ਸੀ ਨੂੰਹਾਂ ਨੂੰ ਕਿ ਧੀਆਂ ਨਾਲੋਂ ਵੀ ਵੱਧ ਪਿਆਰ ਕੀਤਾ ਜਾਂਦਾ ਸੀ। ਵੇਖ ਲਓ, ਧੀ ਦੇ ਕੋਲ ਤਾਂ ਜਾ ਸਕਦਾ ਸੀ ਤੇ ਨੂੰਹ ਕੋਲ ਨਹੀਂ ਜਾ ਸਕਦਾ। ਸਹੁਰਾ ਦੂਰ ਖੜ ਗਿਆ, ਸਹੁਰੇ ਲੱਗੇ। ਬਾਣੀ ਸੁਣਦੇ ਰਹੇ, ਕਿਵੇਂ ਜਾਵਾਂ, ਕਿਵੇਂ ਗੱਲ ਕਰਾਂ ਨੂੰਹ ਨਾਲ। ਫਿਰ ਆਪਣੀ ਭਰਜਾਈ ਨੂੰ ਕਹਿੰਦੇ ਨੇ, ਜਿੰਦੀ ਨੂੰਹ ਹੈ, ਕਹਿਣਗੇ ਆਪਣੀ ਨੂੰਹ ਨੂੰ ਬੁਲਾਓ। ਕਹਿੰਦੇ ਬੁਲਾਉਂਦੇ ਆ ਜੀ। ਬੁਲਾਇਆ, ਸਾਹਮਣੇ ਸੱਸ ਬੈਠੀ ਹੈ ਤੇ ਪੁੱਛਦੇ ਨੇ, ਧੀਏ ਕਿ ਜਿਹੜੀ ਤੂੰ ਸਵੇਰੇ ਬਾਣੀ ਪੜ੍ਹਦੀ ਸੀ ਕਿਹਦੀ ਹੈ? ਕਹਿੰਦੇ ਗੁਰੂ ਨਾਨਕ ਪਾਰ ਬ੍ਰਹਮ ਪਰਮੇਸ਼ਰ ਸਤਿਗੁਰ ਦੀ ਹੈ। ਉਹ ਹੈ ਨੇ ਧਰਤੀ ਇਸ ਵਕਤ, ਹੈ ਨੇ ਹੁਣ? ਕਹਿੰਦੇ ਨਹੀਂ, ਉਹ ਨਹੀਂ, ਉਹ ਜੋਤੀ ਜੋਤ ਸਮਾ ਗਏ। ਕਈ ਇਤਿਹਾਸਕਾਰਾਂ ਨੇ ਲਿਖਿਆ ਗੁਰੂ ਅਮਰਦਾਸ ਮਹਾਰਾਜ ਖੜੇ ਸੀ, ਨਾਲ ਦੇ ਨਾਲ ਥੱਲੇ ਗਿਰ ਗਏ। ਇੱਕੋ ਹੀ ਆਸ ਸੀ ਗੁਰੂ ਧਾਰਨ ਦੀ, ਉਹ ਵੀ ਨਹੀਂ ਹੈ। ਫਿਰ ਕਿਹਾ ਨੂੰਹ ਨੇ, ਕਹਿੰਦੇ ਨਹੀਂ, ਮੇਰੇ ਗੁਰੂ ਨੂੰ ਕੁਰਤਾ ਗੱਦੀ ਦੇ ਗਏ ਨੇ, ਲਹਿਣੇ ਤੋਂ ਅੰਗਦ ਬਣਾ ਕੇ ਗੁਰੂ ਥਾਪ ਗਏ ਨੇ। ਕਹਿੰਦੇ ਲਹਿਣੇ ਨੂੰ, ਸਾਡੇ ਕੁੜਮ ਨੂੰ? ਕਹਿੰਦੇ ਕੁੜਮ ਹੀ ਲੱਗਿਆ। ਬੀਬੀ ਅਮਰੋ ਕਹਿੰਦੀ ਹਾਂਜੀ। ਕਹਿੰਦੇ ਧੀਏ ਮੈਂ ਤੇਰੇ ਅੱਗੇ ਤਰਲਾ ਕੱਢਦਾ, ਮੈਨੂੰ ਗੁਰੂ ਮਿਲਾ ਦੇ। ਮੈਨੂੰ ਗੁਰੂ ਦੀ ਬੜੀ ਤਾਂਘ ਹੈ। ਮੇਰੀ ਜਵਾਨੀ, ਬਚਪਨ, ਬੁਢੇਪਾ ਵੀ ਜਾ ਰਿਹਾ। ਮੈਂ ਚਾਹੁੰਦਾ ਨਿਗੁਰਾ ਨਾ ਜਾਵਾਂ, ਮੇਰਾ ਜਨਮ ਸਫਲਾ ਹੋ ਜੇ, ਮੈਨੂੰ ਜ਼ਰੂਰ ਮਿਲਾ। ਕਈਆਂ ਨੇ, ਇਤਿਹਾਸਕਾਰਾਂ ਨੇ ਇੱਥੇ ਲਿਖਿਆ ਕਿ ਗੁਰੂ ਅੰਗਦ ਦੇਵ ਮਹਾਰਾਜ ਨੇ ਧੀ ਨੂੰ ਬਚਨ ਕੀਤਾ ਸੀ, ਜਦੋਂ ਤੱਕ ਅਸੀਂ ਨਾ ਬੁਲਾਈਏ ਉਦੋਂ ਤੱਕ ਤੂੰ ਪੇਕੇ ਘਰ ਨਹੀਂ ਆਉਣਾ। ਇੱਕ ਸਾਧ ਸੰਗਤ ਜੀ ਵੱਡੀ ਸਿੱਖਿਆ ਵੀ ਅੱਜ ਦੇ ਸਮੇਂ ਵਿੱਚ ਘਰ ਵਸਾਉਣ ਵਾਸਤੇ। ਤੇ ਮਾਂ ਹੀ ਹੁਣ ਗੱਲਾਂ ਹੀ ਉਵੇਂ ਦੀਆਂ ਕਰਦੀ ਹੈ, ਤੇ ਫਿਰ ਕੋਈ ਗੱਲ ਨਹੀਂ, ਫਿਕਰ ਨਾ ਕਰ, ਤੂੰ ਆ ਜਾ, ਇਹਨਾਂ ਦਾ ਵੇਖੇ ਕੀ ਹਾਲ ਕਰਦੇ। ਇਹ ਨਹੀਂ ਪਤਾ ਵੀ ਹਾਲ ਤਾਂ ਆਪਣਾ ਹੀ ਬੁਰਾ ਹੋਣਾ। ਇੰਨੀ ਸਮਝ ਨਹੀਂ ਹੈ ਨਾ। ਇਸ ਕਰਕੇ
कहते गुरु पिता की मैनू अनुमति नहीं है, आग्ञा नहीं है, बिना जब तक वो बुलाते नहीं मैं जा नहीं सकती। कह लेंगे वो माफ़ी मैं मंग लाँगा, पर तू एक कृपा जरूर कर। बग्घी तैयार की गई, नूह विच बिठाया गया। गुरु अमरदास महाराज गए तो पिछे खिलारता खंडूर साहब अपने घर तो बाहर खिलारता। वैसे महाराज का दीवान भी सजिया होया सी। गुरु अंगद देव महाराज कहते मैं पिता को आग्ञा ले ला, पहला जाके मत्था टेकिया। गुरु अंगद देव महाराज अंतरजामी से कहते धीए जिन्हों लैके आईए ना उन्होंने बाहर नहीं छड्डीदा, नाल लैके आईदा। जिन्हों नाल लैके आईए ना उन्होंने पिछे क्यों खिला रहे हो, बाहर क्यों खिला रहे हो, अंदर लैके आओ। चलो कोई नहीं, हुण असीं आप कुड़माचारी भी पूरी करांगे। कुड़म का रिश्ता मुख रखते हुए गुरु अमरदास महाराज जी, कुड़मां का सत्कार इन्ना हुंदा सी साध संगत जी। पहला घर कुड़म आया, साडी धी विआही उत्ते, सब कुछ छड्ड के अगों लैण वास्ते। हुण तां प्रेम ही घटदा जांदा, सत्कार किवें होएगा? प्रेम होएगा तो सत्कार होएगा। कुड़मां दा प्रेम ही नहीं रहा है। अगों गए गुरु अंगद देव महाराज जी, जिन्नी भी संगत जा रही भाई देख लैके जाए, जिन्नी भी संगत उत्थे बैठी सी सारिਆਂ ਦੇ ध्यान भी भावें गए। अगों हो के मिले गुरु अंगद देव महाराज। तो इत्थों तक भी लिखिया है, कहते महाराज जफ्फी पा के मिले। कहते जो महाराज ने गलवकड़ी च लिया गुरु अमरदास महाराज कुड़म नूं, ते कहते ऐसी शांति मिली जो सीने नाल लगे, मन जिहड़ा सी शांत हो गया, शांत हो गया। संगत का बहुत धन्यवाद जिन्हों ने बड़े प्रेम नाल तुसीं कथा सुनी है, समा लाया, बहुत धन्यवाद। कह लेंगे गुरु अमरदास महाराज जी कहते महाराज मैं कुड़माचारी मुख रख के नहीं आया, मैं सेवक बन के आया, मैं तो कुछ लैण वास्ते आया, मैं तो अपना जन्म सफला करने वास्ते आया। चरना ते कहते मत्था रखिया, मत्था टेकिया, शांति मिली, मन का टका प्राप्त होया। ते अगे जाके बिठा के ना गुरु अंगद देव महाराज जी कुड़म का रिश्ता भी मुख रखिया, सत्कार। कह लगे किवें आउणा होया, सारी गल दसी जिहड़ी ओह पंडित नाल वरती। कहते मैं मन की शांति टका लैण वास्ते आया, जन्म सफला करन वास्ते। कह लेंगे फिर गुरु नानक दे घर सिमरन ते सेवा ते संगत रोज करो, अपने आप टका शांति मन का जिहड़ा सहज अवस्था प्राप्त हो जाएगी। उस दिन तो गुरु अमरदास महाराज जी साध संगत जी सेवा शुरू कर दी। किन्नी सेवा कर दस के समाप्ति करांगे आपां। इन्नी ज़्यादा सेवा गुरु अमरदास महाराज दी 60 साल की उम्र विच आए ने। 60 साल दे विच ऐसी उम्र विच सेवा की, इन्नी औखी करड़ी, तुसी सुन के भी हैरान होगी भी इन्नी बिरध अवस्था विच इन्नी सेवा महाराज। सब तो पहला अंमृत वेले उठते ने गुरु अमरदास महाराज 2 बजे गागर लैके जाते ने ब्यासा दरिया ते। ये सेवा मिली महाराज दा इशनान कराउण दी। साध संगत जी जदों चलते ने खंडूर साहब तो पुट्ठी पैरी चलते हैं भी महाराज नूं मेरी पिठ ना हो जाए। जब तक महाराज दिसते रहते ने उद तक पुट्ठी पैरी चलते रहते। अगे जाके फिर ब्यासा वाल नूं मूँह कर लेंदे ने। गागर भर के राह विच एक बुरजी बनाई, बिरध अवस्था से उत्थे रखते ने, साह लेंदे ने। फिर लैके आउंदे ने गुरु अंगद देव महाराज दा इशनान कराउंदे ने। बिरध अवस्था जिहड़ी गागर नूं अज नौजवान नहीं चुक सकदा, 60 साल की उम्र विच गुरु अमरदास महाराज जी चुकते रहे ने। गुरु अमरदास महाराज आके महाराज इशनान करा के झाड़ू मारते ने। फिर झाड़ू मार के दिन चढ़ जाता है।
जिन्ने रात के जूठे बर्तन होंदे ने वो सारे महाराज आप मांजते ने। उदों सुक मांज की जाती सी। कई मातावां नूं पता होना सुक मांज की हुंदा। धो के बर्तन नूं केवल स्वाद विच ही साफ किया जाता सी। ये पुरानियां मातावां नूं हजे भी पता है। सुक मांज उहदे नाल कीट नहीं पएगा, भांडे विच कीट नहीं पैंदा, कीड़ा, जिस करके बर्तन की शुद्धिकरण हो जाती। टकसाल विच कई संप्रदायां विच अज भी उवें सुक मांज की जाती। उन्होंने मेहनत ज़्यादा चाहिए है, तां करके आपां करदे नहीं। आपां बड़ा जिहा सर्फ मारदे हैं, साफ पानी विच रुक जाता है, उहदे नाल कीट पैदा हो जाता है। गुरु अमरदास महाराज जी बर्तन मांजते ने, फिर संगत विच सज जाते हैं। बिरध अवस्था विच एवें दा जीवन सी साध संगी दे। हर रोज 12 सालां विच गर्मी भी आई होनी, गर्मी च भी चलना बड़ा औखा है, ते पोह दे महीने विच भी बाहर चलन निकलना औखा है। जेठ दे भी महीने आए होने, हाड़ दे ते पोह दे भी दिन आए होने। 12 सालां विच एक वार भी फर्क नहीं पिया। कह के समाप्ति कर दिए। नेड़े ही गोइंदा खतरी रहिंदा सी। गोंदा खतरी भी लिखिया, गोइंदा भी लिखिया। गुरु अंगद देव महाराज नूं आके कहंदा, महाराज मेरी जमीन इत्थे है, असीं उत्थे उसारी करदे हां, वसों करदे हां, ते रात नूं ना कोई प्रेत भूत आके उन्हां नूं ढा दिंदे ने, ते डरदा कोई उत्थे वसदा नहीं है, ते कोई घर नहीं बना सकदा। किन्ना चिर ही हो गया, दिने बनाई दा, रात नूं ढा दिंदे ने। गुरु अंगद देव महाराज जी कहन लगे, गोंदा जी कोई गल नहीं, गुरु नानक देव महाराज की कृपा वरतेगी, वसों भी होएगी, पर घालना घालनी पैनी इहदे वास्ते। हाँ महाराज, सत बचन। गुरु अमरदास नूं भेजदे ने, तूं सेवा करदे ही 12 साल पूरे नहीं होए। कहते पुरखा आ सोटी लै जा, लीक खिंच दी, जिन्नी भी वसों करनी है, जिन्नी लीक खिंच देगा उहदे विच वसों करनी है, कुछ नहीं होएगा। गुरु अमरदास महाराज सोटी लै गए गोइंदवाल। गोइंदवाल का इतना नाम है नहीं सी, थे सी वो। गोइंदवाल किवें पिया वो तुहानूं दसदे हां। जाके गुरु अमरदास महाराज ने वड्डा घेरा जा खिंचता, दूर तक जिवें वड्डा पिंड वसाणा हो, दूर दूर चक्कर जा खिंचता महाराज। गुरु अमरदास महाराज कहते उसारी शुरू करो। उसारी हो गई। हुण रात नूं किसी प्रेत ने आके ढाया नहीं। ये वो घर है जिहड़े घर तो जिंदी बाणी पढ़िया भी डर लगता, परां ही दूर हो जांदियां ने वड्डियां वड्डियां चीज़ां। हवा जी परां ही परां भज जांदी जिथे बाणी की सुगंधी जाती है। पर बाणी ते भरोसा होवे, मजाल नहीं है किसी दी। वड्डे वड्डे वीर, वड्डे वड्डे प्रेत भूत सब बाणी तो डरते हैं। बाणी विच बड़ी शक्ति है। गुरु अमरदास महाराज ने लकीर खिंचती, उस तो बाद कोई नुकसान ना होया। आबादी वसों हो गई, वसन लग गए। कहते ना की रखना है, मार कहते गोइंदवाल, जिन्हें जमीन दी सी, गोइंदा खतरी वाल। सचखंड के बराबर लिखिया बाणी विच गोइंदवाल ने। जिन्हें दुनिया ते सचखंड भावें अपना हरमंदर साहिब ही है हजूर साहब, पर बाणी विच आया गोइंदवाल दी बाबत। गोइंदवाल गोविंदपुरी सम बराबर, सचखंड के बराबर गोइंदवाल। ऐसा नगर कहते उन्हें गोइंदवाल है, ना रखिया उनके नां ते, जिन्हें जमीन थां दिती गोइंदवाल। वापस आ गए। हुण देखो गुरु अमरदास महाराज जी उधर उसारी भी हुंदी सी, इधर खंडूर साहब आके 2 बजे फिर ब्यासा दया ते जांदे सी। गागर च भर के लियाते। ये नहीं भी मैं उत्थे सारा दिन सेवा करता सी भी हुण महाराज कोई गल नहीं, आराम करना है। पर सेवा च कोई, पर लोगों ने गल्लां बड़ियां कीतियां। वो कुड़मां दे घर रह के टुक्कड़ वास्ते की करदा फिरदा है। दुनिया ते टिकण नहीं देंदी किसी नूं।
ਆਪਾਂ ਕੱਚੇ ਹੁੰਦੇ ਆ, ਛੇਤੀ ਹੀ ਝੜ ਜਾਂਦੇ ਆ। ਕਿਵੇਂ ਗੁਰੂ ਘਰ ਬਾਣੀ ਪੜਨ ਲੱਗ ਜਾਂਦੇ, ਸਿਮਰਨ ਕਰਨ ਲੱਗ ਜਾਂਦੇ ਆ, ਸੇਵਾ ਕੋਈ ਗੱਲ ਕਰਨ ਲੱਗ ਜਾਂਦਾ ਹੈ, ਅਸੀਂ ਨਹੀਂ ਜਾਂਦੇ, ਗੱਲਾਂ ਕਰਦੇ ਨੇ ਗੁਰਦੁਆਰੇ। ਇਹ ਤੇਰੀ ਕਿਵੇਂ ਦੀ ਸੇਵਾ ਹੋਈ ਫਿਰ ਬਈ? ਇਹ ਤਾਂ ਕੱਚਾ ਜੀਵਨ ਹੈ ਤੇਰਾ, ਕੋਈ ਪ੍ਰਪੱਕਤਾ ਨਾ ਹੋਈ ਇਹਦੇ ਵਿੱਚ। ਲੋਕੀ ਤਾਂ ਕਰਦੇ ਨੇ ਗੱਲਾਂ, ਗੁਰੂਆਂ ਨੂੰ ਵੀ ਕਰਦੇ ਆਏ ਨੇ, ਪਰ ਸੇਵਾ 'ਚ ਫਰਕ ਨਹੀਂ ਪੈਣਾ ਚਾਹੀਦਾ ਜੇ ਲੈਣਾ ਹੈ ਕੁਛ। ਇਸ ਕਰਕੇ ਕਈ ਮੜੀ ਜੀ ਗੱਲ ਤੋਂ ਉੱਥੇ ਇੰਜ ਕਹਿਤਾ ਜੀ, ਐਂ ਕਹਿਤਾ ਜੀ, ਫਿਰ ਇਸ ਤਰ੍ਹਾਂ ਨਹੀਂ ਆਪ ਗਵਾਈਏ ਤਾਂ ਸਹੁ ਪਾਈਏ, ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਹਿ ਬੈਸਨ ਪਾਈਏ। ਗੁਰੂ ਅਮਰਦਾਸ ਮਹਾਰਾਜ ਦੇ ਜੀਵਨ 'ਚ ਫਰਕ ਨਹੀਂ ਪਿਆ। ਲਾਸਟ ਹਵਾਲਾ ਦੇ ਕੇ ਸਮਾਪਤੀ ਕਰਦੇ ਹਾਂ, ਕਿਉਂਕਿ ਇੱਥੇ ਆਪਾਂ ਸੰਪੂਰਨ ਕਰ ਦਾਂਗੇ। ਵੈਸੇ ਇਤਿਹਾਸ ਤਾਂ ਬੜਾ ਵੱਡਾ ਹੈ ਮਹਾਰਾਜ ਦਾ। ਹੁਣ 12ਵਾਂ ਸਾਲ ਆ ਗਿਆ ਮਹਾਰਾਜ ਦਾ ਸੇਵਾ ਕਰਨੀ, ਕਸੌਟੀ ਲੱਗੀ ਮਹਾਰਾਜ, ਪ੍ਰੀਖਿਆ ਹੋਣੀ ਸੀ। ਹੁਣ ਕਬੀਰ ਕਸੌਟੀ ਰਾਮ ਕੀ ਝੂਠਾ ਟਿਕਨ, ਕੋਈ ਰਾਮ ਕਸੌਟੀ ਜੋ ਸੈ ਸੋ ਮਰ ਜੀਵਾ ਹੋਏ। ਕਹਿੰਦੇ ਗੁਰੂ ਅਮਰਦਾਸ ਮਹਾਰਾਜ ਜੀ ਅੰਮ੍ਰਿਤ ਵੇਲੇ ਬਿਆਸਾ ਦਰਿਆ ਤੇ ਪਹੁੰਚ ਗਏ, ਜਲ ਦੀ ਗਾਗਰ ਭਰ ਲਈ। ਜਿੱਥੇ ਬੁਰਜੀ ਤੇ ਆ ਕੇ ਰੱਖਦੇ ਸੀ ਰਸਤੇ ਵਿੱਚ, ਉੱਥੇ ਇੰਨੀ ਕਾਲੀ ਬੋਲੀ ਹਨੇਰੀ ਆਈ, ਮੀਂਹ ਆਇਆ, ਝੱਖੜ ਆਇਆ, ਪੈਰ ਰੱਖਦੇ ਨੇ ਧਰਤੀ ਨਾਲ ਤੇ ਕਿਤੇ ਹੋਰ ਦਾ ਕੇ ਰੱਖਿਆ ਜਾਂਦਾ, ਹਵਾ ਐ ਧੱਕੇ ਲੈ ਜਾਂਦੀ। ਆ ਹੁਣ ਤਾਂ ਆਉਂਦੀਆਂ ਨਹੀਂ ਹਵਾ। ਬਜ਼ੁਰਗ ਬੈਠੇ ਨੇ, ਪੁੱਛ ਲਿਓ। ਖੇਤਾਂ 'ਚ ਜਾਂਦੇ ਸੀ, ਪੰਡ ਰੱਖੀ ਹੁੰਦੀ ਸਿਰ ਤੇ, ਜਾਣਾ ਇੱਧਰ ਨੂੰ ਹੁੰਦਾ ਸੀ, ਇੱਧਰ ਨੂੰ ਹਵਾ ਲੈ ਜਾਂਦੀ ਸੀ ਦੂਜੇ ਖੇਤ 'ਤੇ। ਕਹਿੰਦੇ ਚਲੋ ਫਿਰ ਇੱਧਰੋਂ ਹੀ ਬੁਲਾ ਕੇ ਲੱਗ ਜਾਵਾਂਗੇ, ਹੋਰ ਕੀ, ਜ਼ੋਰ ਨਹੀਂ ਸੀ ਨਾ ਹਵਾ ਅੱਗੇ। ਇੱਥੋਂ ਤੱਕ ਬਜ਼ੁਰਗਾਂ ਨੂੰ ਪਤਾ ਹੈ, ਪਹਿਲਾਂ ਭਾਰ ਬੰਨ੍ਹਦੇ ਸੀ, ਹੁਣ ਤਾਂ ਨਹੀਂ ਵੇਖਿਆ ਨਵਿਆਂ ਨੇ। ਕਣਕ ਵੱਢ ਕੇ ਪੰਡ ਬੰਨੀ ਜਾਂਦੀ ਸੀ, ਪੰਡਾ ਉੱਡ ਕੇ ਹਨੇਰ ਅੱਜ ਕੱਲ ਇੰਨੇ ਆਉਂਦੇ ਸੀ। ਅੱਜ ਤਾਂ ਕਣੀਆਂ ਮੜੀਆਂ ਜੀ ਆਈਆਂ ਨਾ, ਆਪਾਂ ਕਹਿਣ ਲੱਗੇ ਆ ਕੁਛ ਵੀ ਨਹੀਂ। ਕਿਸੇ ਬਜ਼ੁਰਗ ਨੂੰ ਪੁੱਛ ਲਿਓ ਵੀ ਅੱਜ ਕੱਲ ਜਦੋਂ ਹਾੜੀ ਹੁੰਦੀ ਸੀ ਕਿੰਨਾ ਕੁ ਨੁਕਸਾਨ ਹੁੰਦਾ ਸੀ, ਕਿੰਨਾ ਕੁ ਮੀਂਹ ਝੱਖੜ ਆਉਂਦਾ ਸੀ। ਹੁਣ ਤਾਂ ਕੁਛ ਵੀ ਨਹੀਂ ਹੈ। ਇੱਕ ਖੇਤ ਦੀਆਂ ਪੰਡਾਂ 1 ਕਿੱਲਾ ਛੱਡ ਕੇ ਵੀ ਤੁਰ ਜਾਂਦੀਆਂ ਸੀ ਅਗਲੇ 'ਚ, ਇੰਨਾ ਫਰਕ ਪੈ ਜਾਂਦਾ। ਸਾਡੇ ਇਲਾਕੇ ਵਿੱਚ ਛੋਟੇ ਜਿਹੇ ਹੁੰਦੇ ਸੀ, ਉਦੋਂ ਪਤਾ ਲੱਗਿਆ ਡੇਰੇ ਤੇ ਸੀ, ਜਿਵੇਂ ਡੇਰਾ ਆਪਣਾ ਇੱਧਰ ਸ਼ਾਹਪੁਰ ਨੂੰ, ਉਹ ਡੇਰੇ ਤੋਂ ਬੱਚਾ 5 ਸਾਲ ਦਾ, ਜਿਵੇਂ ਇੱਥੇ ਟੂਕਰ ਤੋਂ ਜ਼ਿਆਦਾ ਹੀ ਸੀ ਵੈਸੇ ਉਹਨਾਂ ਕੋਲ, ਘੱਟੋ ਘੱਟ 15 ਕਿਲੋਮੀਟਰ, ਉਹ ਬਰੋਲੇ ਨੇ ਚੱਕਿਆ, ਉੱਥੇ ਲੈ ਗਿਆ ਸੀ ਇੰਨੀ ਦੂਰ। ਐਵੇਂ ਦੀਆਂ ਹਨੇਰੀਆਂ ਹੁੰਦੀਆਂ ਸੀ। ਗੁਰੂ ਅਮਰਦਾਸ ਮਹਾਰਾਜ ਨੇ ਹਨੇਰੀ ਨੇ ਇੱਕਦਮ ਪਰਾਂ ਨੂੰ ਲੈ ਗਿਆ, ਰਾਹ ਥੁੜਕ ਗਏ, ਹਨੇਰਾ ਕੁਛ ਦਿਸਦਾ ਨਹੀਂ ਹੈ, ਮੀਂਹ ਝੱਖੜ, ਜਿੱਧਰ ਨੂੰ ਪੈਰ ਪੈਂਦਾ ਚਲੀ ਜਾਂਦੇ ਨੇ। ਦੇਖਿਆ ਪਿੰਡ ਆ ਗਿਆ, ਪਰ ਰਸਤਾ ਗਲਤ ਸੀ, ਉਧਰ ਜੁਲਾਹਿਆਂ ਦੇ ਘਰ ਸੀ। ਉਹ ਖੱਡੀ ਉਹਨਾਂ ਨੇ ਲਾਈ ਹੋਈ ਸੀ, ਆਪਣਾ ਕਿੱਲੀਆਂ ਗੱਡੀਆਂ ਹੋਈਆਂ ਸੀ, ਬਸਤਰ ਬੁਣਦੇ ਸੀ, ਜੁਲਾਹੇ ਬਸਤਰ ਬਣਾਉਂਦੇ ਸੀ। ਪਹਿਲਾਂ ਇੱਕ ਕਿੱਲੀ ਨਾਲ ਪੈਰ ਵੱਜਾ, ਬਚ ਗਏ ਮਹਾਰਾਜ ਡਿੱਗਦੇ। ਦੂਜੀ ਫਿਰ ਕਿੱਲੀ ਆਈ, 2 ਕਿੱਲੀਆਂ ਉਹਦੇ ਨਾਲ ਵੱਜਾ, ਫਿਰ ਮਹਾਰਾਜ ਬਚ ਗਏ। ਅੱਗੇ ਖੱਡੀ ਆਈ, ਉਹਦੇ ਵਿੱਚ ਮਹਾਰਾਜ ਦਾ ਪੈਰ ਵਿੱਚ ਪੈ ਗਿਆ, ਫਿਰ ਮਹਾਰਾਜ ਡਿੱਗਣ ਤੋਂ ਨਹੀਂ ਬਚ ਸਕੇ, ਡਿੱਗ ਗਏ ਮਹਾਰਾਜ। ਹੁਣ ਉਮਰ 70 ਸਾਲ ਦੀ ਹੋ ਗਈ ਤੇ 73 ਸਾਲ ਦੀ ਮਹਾਰਾਜ, 73 ਸਾਲ ਦੀ ਉਮਰ ਹੋ ਗਈ ਸੀ। ਇਹ ਉਮਰ ਵੇਖ ਲਓ ਤੁਸੀਂ, ਅੰਦਾਜ਼ਾ ਲਾ ਲਓ। ਮਹਾਰਾਜ ਗਿਰ ਗਏ, ਪਰ ਗਾਗਰ ਨਹੀਂ ਗਿਰਨ ਦਿੱਤੀ, ਪਾਣੀ ਨਹੀਂ ਰੁੜਨ ਦਿੱਤਾ ਵਿੱਚ, ਜਿਹੜਾ ਜਲ ਸੀ ਉਹ ਨਹੀਂ ਰੁੜਨ। ਉਹ ਅੰਦਰ ਸੁੱਤੇ ਸੀ ਜੁਲਾਹ ਤੇ ਜੁਲਾਈ। ਉਹ ਜਦੋਂ ਗਾਗਰ ਜ਼ੋਰ ਦੀ ਵੱਜੀ ਨਾ, ਖੜਾਕ ਆਇਆ, ਪਿੱਤਲ ਦੀਆਂ ਗਾਗਰਾਂ ਹੁੰਦੀਆਂ ਤੇ ਜੁਲਾਹਾ ਪੁੱਛਦਾ ਹੈ ਆਪਣੀ ਘਰ ਵਾਲੀ ਨੂੰ, ਵੇਖਾਂ ਬਾਹਰ ਨਿਕਲ ਕੇ। ਉਹਨੂੰ ਡਰ ਲੱਗਦਾ ਸੀ ਨਾ ਵੀ ਕੌਣ ਹੈ, ਕੋਈ ਚੀਜ਼ ਲੱਗਦਾ ਗਿਰੀ ਹੈ। ਤੇ ਜੁਲਾਈ ਕਹਿੰਦੀ ਹੈ ਕਿਹੜੀ ਚੀਜ਼ ਗਿਰਨੀ ਹੈ, ਇਹ ਤੇ ਅਮਰੂ ਨੂੰ ਥਾਵਾ ਹੋਣਾ, ਟੁੱਕੜ ਵਾਸਤੇ ਆਪਣੇ ਕੁੜਮਾਂ ਦੇ ਘਰ ਪਾਣੀ ਢੁੰਦਾ ਹੈ। ਮਹਾਰਾਜ ਨੇ ਬਚਨ ਸੁਣ ਲਿਆ, ਸੱਚੇ ਪਾਤਸ਼ਾਹ ਨੇ। ਮਹਾਰਾਜ ਕਹਿੰਦੇ ਭਲੀਏ, ਉਹ ਨਥਾਵੇ ਉਹ ਹੁੰਦੇ ਨੇ ਜਿਹਨੂੰ ਕੋਈ ਘਰ ਬਾਰ ਨਹੀਂ ਹੁੰਦਾ। ਮੈਨੂੰ ਤਾਂ ਗੁਰੂ ਨਾਨਕ ਨੇ ਆਪਣੇ ਘਰ ਥਾਂ ਦਿੱਤੀ, ਪਨਾਹ 2 ਜਾਨਾਂ ਵਿੱਚ। ਚੱਲੀਏ ਤੂੰ ਮੈਨੂੰ ਐਵੇਂ ਦੇ ਬਚਨ ਕਰਦੀ। ਇੰਨਾ ਹੀ ਬਚਨ ਸੀ, ਕਮਾਈ ਵਾਲਾ ਮੁੱਖ ਸੀ ਮਹਾਰਾਜ ਦਾ। ਮਹਾਰਾਜ ਤਾਂ ਗਿਰਦੇ ਗਿਰਦੇ ਬਚ ਗਏ, ਗਿਰ ਗਏ, ਭਾਵੇਂ ਪਾਣੀ ਨੂੰ ਬਚਾ ਲਿਆ, ਜਲ ਨੂੰ, ਗਾਗਰ ਫਿਰ ਸਾਂਭ ਲਈ, ਲੈ ਕੇ ਤੁਰ ਗਏ ਖੰਡੂਰ ਸਾਹਿਬ। ਮਹਾਰਾਜ ਨੇ ਇਸ਼ਨਾਨ ਕਰਾਇਆ ਤੇ ਮਾਫੀ ਮੰਗੀ, ਮਹਾਰਾਜ ਥੋੜਾ ਜਿਹਾ ਲੇਟ ਹੋ ਗਿਆ ਮੈਂ, ਕਿਉਂਕਿ ਮੀਂਹ ਆਇਆ, ਹਨੇਰਾ ਹੋ ਗਿਆ,
रस्ते का पता नहीं लगा। महाराज मुस्कुरा पे, मन पता सी सारा। उधर उन्होंने झल्ली कहा सी, उदों ही झल्ली हो गई, कपड़े पढ़न लग गई अपने। हो जाता है सत्संग जी, कोई बाणी पढ़ने वाला कमाई वाला मुख होवे, सुते सिद्ध बचन निकल जे, भावें वो चाहुंदे नहीं, पर कई बार सत्त हो जाते हैं। असीं वेख्या है। माफ़ी ले लीए तुहाडे तो, इत्थे समाप्ति है साखी दी। ये सुते सिद्ध बचन सत्त हो जाते हैं, कई बार देखिया है। वो एक जो इतिहासिक गुरुद्वारे से सुते सिद्ध ही पाठ करते सी सुखमनी साहिब दी, बजुर्ग से उहदे विच थोड़ा जिहा निंदिया चुगली ज़्यादा करता सी। ग्रंथी दी बड़ी करता, साडी बड़ी करता। वो थोड़े दिन पहला पात्रां दा रहण वाला सी, इत्थे आया तो वो हथ जोड़ के ना पैरां नूं जावे, असीं आखे ना ना असीं तुहाडे पोतरिਆਂ वर्गे हाँ, है ना काम करो। कहंदे नहीं नहीं मेरे तो गलती हो गई, मैं उदों तुहानूं कुछ तुहाडी बारे इस तरह बोलिया तो कुछ बचन निकलिया सी, मैं माफ़ी मंगन लगा, मैं तो थल्ले लग गया। कहंदे मेरा बड़ा नुकसान। ये नहीं कहते सत्संग जी कोई भी मुख बाणी पढ़ने वाला हो सकता, सुते सिद्ध कई बार बचन निकल जे, भावें उन्होंने मन में नहीं हुंदा भी इन्हां दा होवे, पर हो जाता कई दफा इस तरह। कहते एक बारी कह दो, अच्छा गुरु साहब ने कृपा करनी, अरदास कर देंगे महाराज के चरणों च भी महाराज चढ़ती कला करे, भला करे, कहते शांति जी आ गई। इस करके कई महापुरुष सतपुरुष होंदे ने गुरमुख प्यारे बाणी पढ़ने वाले। असीं तां पापी जीव हाँ, बाणी दे नेड़े भी नहीं। महाराज कृपा करन बाणी पढ़ीए, सिमरन करिए। कहंदे जदों महाराज ने इशनान कराया ते माफ़ी मंगी, उधर जलाही आ गई। जलाया लैके महाराज कृपा करो, माफ़ करो। माफ़ी मंगी उन्होंने, माफ़ी मंगी तो सच्चे पातशाह ने कहा हुण वक्त आ गया है, गुरु अमरदास महाराज दा इशनान कराओ, बस्तर पाओ। बाबा बुढ़ा जी कहंदे एक सरोपा मिलता ही साल बाद 12 सरोपे सिर ते से लाए, इशनान कराया। ते महाराज कहंदे हुण तीसरे गुरु नानक संसार ते प्रगट होणगे गुरु अमरदास महाराज। जिथे गुरु ग्रंथ साहिब ने एवें सजे गुरु अमरदास महाराज 5 पैसे नरेर रख के मत्था टेकिया। कहंदे अज तो गुरु नानक तीसरे गुरु नानक दी जोत गुरु अमरदास महाराज विच। हुण गुरु अमरदास महाराज मालक ने ते 12 वार दिते सी, 12 साल की सेवा तो खुश होके गुरु अमरदास निमाणियां दे मां, निताणियां दे तां, नियोटियां दी ओट, नियासरें दे आस, निपत्तियां दे पत, निधरियां दे धर, इन्हें 12 वार दिते महाराज ने। इस करके फिर क्या तुसीं हुण गोइंदवाल अपना परिवार लै जाओ, साडे पुत्तर करनगे विरोध भी पुत्रां नूं क्यों नहीं गुरता गद्दी मिली। भावें दातू नूं कहा सी मत्था टेकण वास्ते, थोड़ा जिहा उन्होंने विरोध किया सी महाराज गुरु अंगद देव महाराज दे सपुत्तर ने। खैर आपां गुरु अमरदास महाराज दे जीवन दे, क्योंकि अज उन्हां दा प्रकाश दिहाड़ा विचारां सरवण कीतियां ने, तुसीं बड़ा ही श्रद्धा दा सबूत दिता है। बहुत बहुत धन्नवाद सारियां संगतां दा, सारे भाइयों का, साडियां मातावां दा, भैणां दा। भावें कल बेनती की सी तुहाडे चरनां 'च भी टाइम नाल तुसीं, सानूं पता सी, सानूं आस सी तुसीं आ जाना, क्योंकि तुहाडा सच्चा प्यार है गुरु नाल, प्रेम है ते भावना शरधा भी सी, खुशी भी सी गुरु अमरदास महाराज दे प्रकाश दिहाड़े दी। सो सारियां संगतां तुहाडे परिवारां ते बच्चों ते गुरु अमरदास महाराज कला बख्शिश करन। आओ वधाइयां दईए सारियां नूं ते बेनती है भाई साहब नूं देग वरता देन। इत्थे ही समाप्ति है। वधाइयां होवण संगतां नूं, वधाइयां होवण संगतां नूं, वधाइयां होवण गुरु अमरदास दे पुरब दियां, वधाइयां होवण संगतां नूं, वधाइयां होवण संगतां नूं, गुरु अमरदास दे पुरब वधाइयां, गुरु अमरदास दे पुरब दियां, वधाइयां होवण संगतां नूं, वधाइयां होवण संगतां नूं, गुरु अमरदास दे
ਵਧਾਈਆਂ ਹੋਵਣ ਸੰਗਤਾਂ ਨੂੰ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।